डॉक्टर साहब आ रहे कि फार्मर्स प्रोटेस्ट से कैलीफोर्निया पिंड बनाया लोगों का सुपना था कि ਅਸੀਂ कैलीफोर्निया जाना इन्होंने कैलीफोर्निया ਇੱਥੇ ਵਸਾਤਾ ਹੁਣ ਜਿਹੜੇ ਨੇ ਵੀ कैलीफोर्निया ਜਾਣਾ ਉਸ ਤੋਂ ਪਹਿਲਾਂ ਇੱਕ ਵਾਰ ਤੁਸੀਂ कैलीफोर्निया ਪਿੰਡ ਜਾ ਕੇ ਜ਼ਰੂਰ ਦੇਖਿਓ ਕਿਉਂਕਿ ਇਹ ਮੇਰੀ ਗਰੰਟੀ ਕਿ ਤੁਹਾਨੂੰ ਉੱਥੇ ਜਾ ਕੇ ਸਕੂਨ ਮਿਲੂਗਾ ਇੱਕ ਵਾਰ ਉੱਥੇ ਜਾ ਕੇ ਜ਼ਰੂਰ ਆਇਓ ਤੇ ਫਾਰਮਰਸ ਪ੍ਰੋਟੈਸਟ ਤੇ ਜਿੰਨੇ ਵੀ ਮੈਡੀਕਲ ਏਡ ਹੋ ਰਹੀ ਹੈ ਹੋਰ ਸਾਰਿਆਂ ਦਾ ਯੋਗਦਾਨ ਡਾਕਟਰ ਸਾਹਿਬ ਕਰ ਰਹੇ ਨੇ ਸੋ ਇੱਕ ਵਾਰ ਡਾਕਟਰ ਸਾਹਿਬ ਦੀ ਜ਼ੋਰਦਾਰ ਤਾੜੀਆਂ ਹੋ ਜਾਣਗੀਆਂ I request you, sir, to please come on stage and share your experience. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਲੋ ਚਾਹੋ ਸਪੀਚ ਲੈਣੀ ਮੈਂ ਹਾਂਜੀ ਬਸ ਚਲੋ ਬੱਚਿਆਂ ਨੂੰ ਦੱਸਣਾ ਓਕੇ ਸੋ ਯਾ ਮੈਂ ਡਾਕਟਰ ਸਵੈਮਾਨ ਸਿੰਘ ਪੰਜਾਬੀ ਬੋਲੀਏ ਕਿ ਇੰਗਲਿਸ਼ ਜਾਂ ਹਿੰਦੀ ਪੰਜਾਬੀ ਬੋਲੀਏ ਓਕੇ ਸੋ ਬਾਈ ਗੌਰਵਦੀਪ ਗ੍ਰੇਟ ਇਨੀਸ਼ੀਏਟਿਵ ਹੈ ਨਾ ਅਸੀਂ ਪਹਿਲੇ ਦਿਨ ਤੋਂ ਇਹਨਾਂ ਨੂੰ ਵੇਖ ਰਹੇ ਹਾਂ ਮੈਂ ਅਮਰੀਕਾ 'ਚ ਵੀ ਸਾਂ ਉਦੋਂ ਵੀ ਸੋਸ਼ਲ ਮੀਡੀਆ ਤੇ ਕਾਫੀ ਇਹਨਾਂ ਦੀਆਂ ਵੀਡੀਓਜ਼ ਵੇਖੀਆਂ ਬਹੁਤ ਵਧੀਆ ਕੰਮ ਕਰਦੇ ਔਰ ਸਿੰਘੂ ਬਾਰਡਰ ਤੇ ਇਹਨਾਂ ਦਾ ਕੰਮ ਵੀ ਵੇਖ ਕੇ ਆ ਬਹੁਤ ਮਿਹਨਤ ਕਰ ਰਹੇ ਔਰ ਜਿਹੜੀ ਚੀਜ਼ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਇੱਥੇ ਆ ਸੈਟਅਪ ਕੀਤਾ ਆਈ ਥਿੰਕ ਦੈਟਸ ਆਲਸੋ ਐਕਸਟਰਾਆਰਡੀਨਰੀ ਨਾ ਕਿ ਇਹ ਚੀਜ਼ਾਂ ਬਾਹਰਲੇ ਦੇਸ਼ 'ਚ ਵੇਖਣ ਨੂੰ ਮਿਲਦੀਆਂ ਯੰਗਸਟਰਸ ਨੂੰ ਇਕੱਠਿਆਂ ਕਰਨਾ ਇੱਕ ਗਰੁੱਪ ਬਣਾਉਣਾ ਜਿੱਥੇ ਤੁਸੀਂ ਐਸ ਜੂਨੀਅਰਸ ਉਹਨਾਂ ਤੋਂ ਸਿੱਖ ਸਕਦੇ ਹੋ ਜੇ ਕੋਈ ਸੀਨੀਅਰ ਆ ਜੇ ਕੋਈ ਡਾਕਟਰ ਬਣਿਆ ਵਾ ਜਾਂ ਕੋਈ ਅਲੱਗ-ਅਲੱਗ ਫੀਲਡਸ ਵਿੱਚ ਗਿਆ ਸਭ ਤੋਂ ਵੱਡੀ ਚੀਜ਼ ਉਹਦੀ ਗਾਈਡੈਂਸ ਦੀ ਲਾਈਫ ਵਿੱਚ ਜੇ ਤੁਹਾਨੂੰ ਗਾਈਡੈਂਸ ਚੰਗੀ ਹੋਵੇ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਹੁਣ ਤੁਹਾਡੇ ਚੋਂ ਕਿੰਨਿਆਂ ਨੂੰ ਪਤਾ ਕਿ ਮੈਂ ਜੇ ਨਾਸਾ ਦਾ ਐਸਟਰੋਨੌਟ ਬਣਨਾ ਸਾਇੰਟਿਸਟ ਬਣਨਾ ਮੈਂ ਕਿੱਦਾਂ ਬਣੂਗਾ ਕਿਸੇ ਨੂੰ ਨਹੀਂ ਪਤਾ ਹੋਊਗਾ ਪਰ ਜੇ ਤੁਹਾਡੇ ਘਰ 'ਚ ਹੀ ਕੋਈ ਹੋਵੇ ਜਾਂ ਤੁਹਾਡੀ ਆ ਕਮਿਊਨਿਟੀ 'ਚ ਕੋਈ ਹੋਵੇ ਤੁਸੀਂ ਕਹੋਗੇ ਹਾਂ ਯਾਰ ਇਹ ਸਟੈਪ 1 2 3 ਬਸ ਪੜ੍ਹ ਲਾ ਤੇ ਤੂੰ ਪਹੁੰਚ ਜਾਏਗਾ ਇਹ ਮੈਂ ਓਕੇ ਠੀਕ ਹੈ ਏਦਾਂ ਹੀ ਡਾਕਟਰੀ 'ਚ ਆ ਜੇ ਤੁਹਾਡੇ ਘਰ 'ਚ ਕੋਈ ਡਾਕਟਰ ਆ ਤੁਸੀਂ ਇਹ ਵੇਖੋਗੇ ਨਾਰਮਲੀ ਇਹ ਚੀਜ਼ ਹੁੰਦੀ ਹੈ ਕਿ ਕਿਉਂ ਆਈਐਸ ਆਫਿਸਰਸ ਦੇ ਬੱਚੇ ਬਹੁਤ ਵਾਰੀ ਉਹੀ ਪੋਜੀਸ਼ਨਸ ਤੇ ਆ ਜਾਂਦੇ ਆ ਪਰ ਜਿਹਦਾ ਆਮ ਇਨਸਾਨ ਆ ਉਹਦੇ ਲਈ ਉੱਥੇ ਤੱਕ ਪਹੁੰਚਣਾ ਬਹੁਤ ਔਖਾ ਸੋ ਅਗੇਨ ਇਹੋ ਜਿਹੀ ਚੀਜ਼ਾਂ ਦੀ ਬਹੁਤ ਲੋੜ ਹੈ ਸੋਸਾਇਟੀ ਨੂੰ ਐਂਡ ਆਈ ਥਿੰਕ ਈਵਨ ਜਿਹੜੀਆਂ ਸਰਕਾਰਾਂ ਵਾ ਗਵਰਨਮੈਂਟਸ ਉਹਨਾਂ ਨੂੰ ਤੁਹਾਡੇ ਵਰਗੇ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਹੋ ਜਿਹੇ ਇਨੀਸ਼ੀਏਟਿਵ ਐਕਚੁਅਲੀ ਹਰ ਇੱਕ ਸ਼ਹਿਰ ਵਿੱਚ ਹੋਣੇ ਚਾਹੀਦੇ ਆ ਤੇ ਪਿੰਡਾਂ ਦੇ ਲੋਕਾਂ ਨੂੰ ਵੀ ਉੱਥੋਂ ਅਟਰੈਕਟ ਹੋਣਾ ਚਾਹੀਦਾ ਜਿੱਦਾਂ ਤੁਸੀਂ ਬਾਈ ਕਰ ਰਹੇ ਹੋ ਤੁਸੀਂ ਪਿੰਡਾਂ ਦੇ ਸਕੂਲ ਵੀ ਕੈਚ ਕੀਤੇ ਉਹਨਾਂ ਦੇ ਬੱਚਿਆਂ ਨੂੰ ਇੱਥੇ ਆਉਣਾ ਚਾਹੀਦਾ ਕਿ ਹਾਂ ਯਾਰ ਮੈਂ ਵੀ ਸ਼ਹਿਰ 'ਚ ਜਾ ਕੇ ਕੋਈ ਬਿਜ਼ਨਸ ਖੋਲ ਸਕਦਾ ਜਾਂ ਮੈਂ ਸ਼ਹਿਰ 'ਚ ਜਾ ਕੇ ਪੜ੍ਹ ਸਕਦਾ ਸੋ ਇਟਸ ਅ ਗ੍ਰੇਟ ਇਨੀਸ਼ੀਏਟਿਵ ਬਾਕੀ ਚਲੋ ਮੈਂ ਗੱਲ ਕਰਦਾ ਮੈਂ ਅੱਜ ਦੀ ਸਪੀਚ ਮੈਂ ਵੀ ਟਰਾਈ ਕਰਦਾ 3 ਕਾਨੂੰਨਾਂ ਤੇ ਗੱਲ ਕਰਦੇ ਆ ਕਿਉਂਕਿ ਉਹਦੀ ਆਪਣੀ ਲੜਾਈ ਚੱਲ ਰਹੀ ਆ ਆਈ ਥਿੰਕ ਹਰ ਇੱਕ ਬੰਦੇ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਆ ਔਰ ਉਹਦਾ ਰੀਜ਼ਨ ਇਹ ਆ ਕਿ ਜੇ ਮੈਨੂੰ ਪਤਾ ਹੋਵੇ ਕਿ ਮੈਂ ਲੜਾਈ ਕਿਉਂ ਕਰ ਰਿਹਾ ਦੈਨ ਮੇਰੇ ਲਈ ਉਹ ਲੜਾਈ ਕਰਨੀ ਬੜੀ ਆਸਾਨ ਹੋ ਜਾਂਦੀ ਆ ਫੀਲਿੰਗ ਇੱਕ ਤੇ ਫੀਲਿੰਗ ਹੈ ਨਾ ਯਾਰ ਹਾਂ ਮੇਰੇ ਕਿਸਾਨ ਭਰਾ ਮੇਰੀਆਂ ਬੀਬੀਆਂ ਬੇਬੇ ਮੇਰੇ ਬਾਪੂ ਬਹੁਤ ਅਟਰੈਕਟਿਵ ਵਰਡਸ ਅੱਜ ਕੱਲ ਲੱਗਦੇ ਆ ਮੇਰੇ ਬਾਪੂ ਮੇਰੀ ਬੇਬੇ ਔਰ ਬਾਰਡਰਾਂ ਤੇ ਬੈਠੇ ਮੈਂ ਵੀ ਬਹਿਣਾ ਬਟ ਇਫ ਯੂ ਰੀਅਲਾਈਜ਼ ਕਿ ਅਸੀਂ ਲੜ ਕਿਉਂ ਰਹੇ ਆ ਦੈਨ ਯੂ ਰੀਅਲਾਈਜ਼ ਕਿ ਤੁਸੀਂ ਉਹ ਬੇਬੇ ਬਾਪੂ ਕਰਕੇ ਨਹੀਂ ਲੜ ਰਹੇ ਉਹ ਆਪਣੇ ਦੇਸ਼ ਕਰਕੇ ਲੜ ਰਹੇ ਸੋ ਆਈ ਥੌਟ ਕਿ ਮੇਬੀ ਆਪਾਂ 3 ਕਾਨੂੰਨਾਂ ਤੇ ਡਿਸਕਸ ਕਰਦੇ ਆ ਕਿੱਦਾਂ ਇਹ ਸਾਡੇ ਦੇਸ਼ ਲਈ ਹਾਨੀਕਾਰਕ ਆ ਐਂਡ ਦੈਨ ਮੇਬੀ ਯੂ ਰੀਅਲਾਈਜ਼ ਕਿ ਹਾਂ ਯਾਰ ਜਿਹੜੀ ਇਹ ਲੜਾਈ ਕਰ ਰਹੇ ਆ ਉਹ ਲੋਕ ਜਿਹੜੇ ਬੇਬੇ ਬਾਪੂ ਐਕਚੁਅਲੀ ਮੇਬੀ ਬਹੁਤ ਵੱਡਾ ਕੰਮ ਕਰ ਰਹੇ ਆ ਤੁਹਾਨੂੰ ਇੱਕ ਬਹੁਤ ਵੱਡੇ ਖਤਰੇ ਤੋਂ ਬਚਾ ਰਹੇ ਸੋ ਆਈ ਥੌਟ ਕਿ ਅਸੀਂ 3 ਕਾਨੂੰਨਾਂ ਤੇ ਡਿਸਕਸ ਕਰਦੇ ਹਾਂ ਬਾਕੀ ਜਦੋਂ ਤੁਸੀਂ ਕੁਐਸਚਨਸ ਕਰਨੇ ਆ ਉਦੋਂ ਫਿਰ ਆਪਾਂ ਵਾਸਟ ਜਿਹੜੀ ਵੀ ਟੌਪਿਕਸ ਤੇ ਅਮਰੀਕਾ ਜਿਹੜੇ ਤੁਹਾਡੇ ਨਿਆਣੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਉਹਨਾਂ ਬਾਰੇ ਡਿਸਕਸ ਕਰ ਸਕਦੇ ਹਾਂ ਸੋ ਇਫ ਯੂ ਡੋਂਟ ਮਾਈਂਡ ਜੇ ਤੁਸੀਂ ਇੱਕ ਸਾਰੇ ਅੱਖਾਂ ਬੰਦ ਕਰਕੇ ਇੱਕ ਵਾਰੀ ਅੱਖਾਂ ਬੰਦ ਕਰ ਲਿਓ ਫਿਰ ਮੈਂ ਚਾਹੁੰਦਾ ਕਿ ਆਪਣੇ ਹੱਥ ਖੜੇ ਕਰਿਓ ਕਿ ਕਿਹਨੂੰ ਇਹ ਕਾਨੂੰਨਾਂ ਬਾਰੇ ਪਤਾ ਵਾ ਜੇ ਵਾਕਈ ਪਤਾ ਵਾ ਤੇ ਫਿਰ ਹੀ ਹੱਥ ਖੜਾ ਕਰਿਓ ਕਿਉਂਕਿ ਅਸੀਂ ਐਸਕੇਐਮ ਵੱਲੋਂ ਜੋ ਇੱਥੇ ਨਾ ਖੜੇ ਕਰਿਓ ਯਾਰ ਅੱਖਾਂ ਬੰਦ ਕਰਕੇ ਕਿਉਂਕਿ ਫਿਰ ਨਾਲ ਦੇ ਨੂੰ ਜੇ ਤੁਸੀਂ ਨਾ ਵੀ ਕਰੋਗੇ ਐਟਲੀਸਟ ਨਾਲ ਦੇ ਨੂੰ ਪਤਾ ਤੇ ਨਾ ਲੱਗੂਗਾ ਸੋ ਓਕੇ ਸੋ ਸਾਰੇ ਅੱਖਾਂ ਬੰਦ ਕਰ ਲਓ ਜਦੋਂ ਮੈਂ ਕਹੂੰਗਾ ਉਦੋਂ ਹੱਥ ਖੜੇ ਕਰਿਓ ਅੱਖਾਂ ਬੰਦ ਕਰ ਲਓ ਪਲੀਜ਼ ਅੱਖਾਂ ਜ਼ਰੂਰ ਬੰਦ ਹੁਣ ਹੱਥ ਖੜੇ ਕਰੋ ਜਿਨ੍ਹਾਂ ਨੂੰ ਇਹ ਕਾਨੂੰਨਾਂ ਬਾਰੇ ਪਤਾ ਵਾ ਓਕੇ ਬਸ ਠੀਕ ਹੈ ਖਤਮ ਕਰ ਦਿਓ ਦੈਟਸ ਇਟ ਗੁੱਡ so we'll discuss the 3 laws and how they are bad for the country so number 1 ਪਹਿਲਾ ਕਾਨੂੰਨ ਆ ਔਰ ਮੇਰਾ ਇਹ ਰੀਜ਼ਨ ਕੀ ਆ ਤੁਹਾਨੂੰ ਦੱਸਣ ਦਾ ਤੁਹਾਨੂੰ ਇਸ ਲਈ ਦੱਸਣਾ ਚਾਹੁੰਦਾ ਕਿ ਇਕੱਲੇ ਜਿਹੜੇ ਕਾਨੂੰਨ ਹੈ ਕਿਸਾਨਾਂ ਨੂੰ ਖਤਮ ਨਹੀਂ ਕਰ ਰਹੇ ਇਹ ਸਾਡੇ ਦੇਸ਼ ਦੇ ਮਜ਼ਦੂਰਾਂ ਨੂੰ ਔਰ ਐਕਚੁਅਲੀ ਸਾਡੇ ਦੇਸ਼ ਨੂੰ ਬਹੁਤ ਮਾੜੀ ਸਥਿਤੀ ਵੱਲ ਲੈ ਕੇ ਜਾ ਰਹੇ ਆ ਔਰ ਸ਼ਾਇਦ ਇਹ ਦੇਸ਼ ਨੂੰ ਵੀ ਖਤਮ ਕਰ ਰਹੇ ਆ ਜਿਹੜਾ ਇੱਥੋਂ ਦਾ ਕਾਮਨ ਮੈਨ ਆ ਉਹਨੂੰ ਖਤਮ ਕਰ ਰਹੇ ਆ ਸੋ ਆਲ ਗੋ ਇਨ ਡੈਪਥ ਜਿੰਨਾ ਕਿ ਜਾ ਸਕਦਾ ਟਾਈਮ ਤੇ 15 ਮਿੰਟ ਦਾ ਆਈ ਥਿੰਕ ਟਾਈਮ ਸੀ ਮੇਰਾ ਸੋ ਦ ਫਰਸਟ ਕਾਨੂੰਨ ਜਿਹੜਾ ਪਹਿਲਾ ਕਾਨੂੰਨ ਆ ਪਹਿਲਾਂ ਤੇ ਇਹਨਾਂ ਦੇ ਨਾਮ ਵੱਡੇ ਦਿੱਤੇ ਆ ਕਿ ਮੇਰੇ ਵਰਗਾ ਬੰਦਾ ਯਾਰ ਉਹ ਹਾਂ ਯਾਰ ਠੀਕ ਹੀ ਹੋਣਾ ਏਡਾ ਵੱਡਾ ਨਾਮ ਦੇ ਦਿੱਤਾ ਕਿ ਬੰਦਾ ਕਹੇ ਨਹੀਂ ਯਾਰ ਚੰਗਾ ਹੀ ਹੋਣਾ ਜਿਹੜਾ ਇਹ ਨਾਮ ਹੀ ਏਡਾ ਖਤਰਨਾਕ ਆ ਤੇ ਕਾਨੂੰਨ ਵਧੀਆ ਹੀ ਹੋਊਗਾ ਸੋ ਪਹਿਲਾਂ ਉਹਨਾਂ ਨੂੰ ਕਹਿੰਦੇ ਫਾਰਮ ਲਾਜ਼ ਆ ਫਿਰ ਜਿਹੜਾ ਪਹਿਲਾ ਕਾਨੂੰਨ ਹੈ ਨਾ ਉਹ APMCs ਦੇ ਉੱਪਰ ਆ ਹੁਣ ਜਿਹੜੀਆਂ ਸਾਡੀਆਂ ਮੰਡੀਆਂ ਵਾ
ਆਪਾਂ ਜਿਹੜੇ ਸ਼ਹਿਰਾਂ 'ਚ ਰਹਿੰਦੇ ਆਪਾਂ ਨੂੰ ਸ਼ਾਇਦ ਉਹ ਪਤਾ ਨਹੀਂ ਕਿ ਉਹ ਮੰਡੀਆਂ ਦਾ ਫਾਇਦੇ ਕਿੰਨੇ ਆ। ਸੋ ਮੈਂ ਤੁਹਾਨੂੰ ਇੱਕ ਬ੍ਰੌਡ ਦੱਸ ਦਿੰਦਾ ਕਿ ਜਿਹੜੀਆਂ ਸਟੇਟਾਂ 'ਚ ਮੰਡੀਆਂ ਨਹੀਂ ਹੈਗੀਆਂ, ਮੰਡੀਆਂ ਉਹ ਜਗ੍ਹਾ ਵਾ ਜਿੱਥੇ ਕਿਸਾਨ ਜਾ ਕੇ ਆਪਣੀ ਫਸਲ ਵੇਚਦਾ, ਸਰਕਾਰ ਨੂੰ ਵੀ ਵੇਚਦਾ, FCA ਵਰਗੀ ਏਜੰਸੀਆਂ ਨੂੰ ਵੀ ਵੇਚਦਾ, ਨਾਲ ਪ੍ਰਾਈਵੇਟ ਪਲੇਅਰਸ ਨੂੰ ਵੀ ਵੇਚਦਾ। ਹੁਣ ਜਿਹੜੀਆਂ ਸਟੇਟਾਂ ਵਿੱਚ ਮੰਡੀਆਂ ਨਹੀਂ ਹੈਗੀਆਂ ਉੱਥੇ ਕਿਸਾਨੀ ਫਾਰਮਰ ਸੁਸਾਈਡ ਸਭ ਤੋਂ ਜ਼ਿਆਦਾ। ਸੋ ਰਾਈਟ देयर, ਜੇ ਤੁਸੀਂ ਅੱਜ ਸਾਡਾ ਦੇਸ਼ ਟਰਬਲ 'ਚ ਆ, ਅਸੀਂ ਕਹਿੰਦੇ ਕਿ ਸਾਡਾ ਕਿਸਾਨ ਸੁਸਾਈਡ ਕਰ ਰਿਹਾ, ਦੈਨ ਆਈ ਟੈਲ ਯੂ ਅ ਫੈਕਟ ਕਿ ਜਿਹੜੀਆਂ ਸਟੇਟਾਂ ਵਿੱਚ ਮੰਡੀਆਂ ਨਹੀਂ ਹੈਗੀਆਂ ਉੱਥੇ ਕਿਸਾਨ ਸੁਸਾਈਡ ਜ਼ਿਆਦਾ ਕਰ ਰਹੇ ਆ, ਨੰਬਰ 1। ਦੂਜੀ ਗੱਲ ਜਿਹੜੀਆਂ ਇਹ ਮੰਡੀਆਂ ਵਾ, ਜੇ ਮੰਡੀਆਂ ਜ਼ਰੂਰੀ ਨਾ ਹੁੰਦੀਆਂ ਤੇ ਤੁਸੀਂ ਪਿੱਛੇ ਜੇ ਵੇਖਿਆ ਸੀ ਟੀਵੀ ਤੇ ਝੋਨੇ ਦੇ ਟਰੱਕ ਜਿਹੜੇ ਲੱਦੇ ਸਾਡੇ ਬਾਰਡਰਾਂ ਤੇ ਖਲੋਤੇ ਸੀ, ਉਹ ਕਿਉਂਕਿ ਪੰਜਾਬ ਵਿੱਚ ਆ ਕੇ ਆਪਣੀ ਫਸਲ ਵੇਚਣਾ ਚਾਹੁੰਦੇ ਸੀ ਸਾਡੀਆਂ ਮੰਡੀਆਂ 'ਚ, ਉਹ ਉੱਥੋਂ ਆ ਰਹੇ ਸੀ ਜਿੱਥੇ ਮੰਡੀਆਂ ਨਹੀਂ ਹੈਗੀਆਂ। ਜੇ ਫਿਰ ਮੰਡੀਆਂ ਨਾ ਜ਼ਰੂਰੀ ਹੁੰਦੀਆਂ ਤੇ ਉਹ ਟਰੱਕ ਜਿਹੜੇ ਲਿਆ ਕੇ ਭਰੇ ਭਰੇ ਟਰੱਕ ਤੇਲ, ਉਹਨਾਂ ਨੇ ਤੇਲ ਬਾਲਿਆ, ਕੀ ਉਸ ਬਾਲਿਆ, ਉਹ ਫਿਰ ਕਿਉਂ ਬਾਲਦੇ? ਤੀਜੀ ਐਗਜ਼ਾਮਪਲ, ਅਸਾਮ ਵਰਗੀਆਂ ਸਟੇਟਾਂ ਜਿੱਥੇ ਮੰਡੀਆਂ ਨਹੀਂ ਹੈਗੀਆਂ ਉੱਥੇ ਵਪਾਰੀ ਕਿਸਾਨ ਦੇ ਕੋਲ ਆਉਂਦਾ ਉਹਦੀ ਫਸਲ ਚੁੱਕਣ, ਪਰ ਉਹਨਾਂ ਨੂੰ ਸਾਡੇ ਤੋਂ ਅੱਧਾ ਰੇਟ ਵੀ ਨਹੀਂ ਮਿਲਦਾ। ਇੱਕ ਹੋਰ ਤੁਹਾਡੇ ਕੋਲ ਐਗਜ਼ਾਮਪਲ ਕਿ ਮੰਡੀਆਂ ਕਿਉਂ ਜ਼ਰੂਰੀ ਆ। ਹੁਣ ਇਹ ਮੰਡੀਆਂ ਕਿੱਦਾਂ ਖਤਮ ਕਰਨਾ ਚਾਹੁੰਦੇ? ਆਈ ਥਿੰਕ ਯੂ ਗਾਇਜ਼ ਆਰ ਆਲ ਸਮਾਰਟ ਇਨਫ ਟੂ ਰਿਅਲਾਈਜ਼ ਕਿ ਇਟਸ ਆਲ ਅਬਾਊਟ ਕੰਪੀਟੀਸ਼ਨ। ਹੁਣ ਮੰਡੀਆਂ 'ਚ ਜਦੋਂ ਵੀ ਕੋਈ ਕਿਸਾਨ ਕੋਈ ਫਸਲ ਵੇਚਣ ਜਾਂਦਾ ਉੱਤੇ ਟੈਕਸ ਲੱਗਦਾ, ਕਿਸਾਨ ਨਹੀਂ ਦਿੰਦਾ, ਜਿਹਨੇ ਉਹਦੀ ਫਸਲ ਚੁੱਕਣੀ ਹੁੰਦੀ ਆ। ਉਹ ਟੈਕਸ ਜਿਹੜਾ 33% ਜਿਹੜਾ ਟੈਕਸ ਆ, ਉਹਦੇ ਨਾਲ ਜਿਹੜਾ ਪਿੰਡਾਂ ਦਾ ਵਪਾਰ ਹੁੰਦਾ, ਜੇ ਭਾਵੇਂ ਸਾਡੀਆਂ ਉੱਥੇ ਨਾਲੀਆਂ, ਗਲੀਆਂ, ਇੰਸ਼ੋਰੈਂਸ ਸਿਸਟਮ, ਮੈਡੀਕਲ, ਬਹੁਤ ਕੁਝ ਉਹਦੇ ਵਿੱਚ ਕਵਰ ਹੁੰਦਾ, ਜਿਹੜੇ ਲੋਕ ਕਿਸਾਨ ਆ ਉਹਦਾ ਫਾਇਦਾ ਉਠਾਉਂਦੇ ਆ। ਹੁਣ ਤੁਸੀਂ ਸੋਚੋ ਕਿ ਜੇ ਮੈਂ ਇੱਕ ਮੰਡੀ ਪੈਰਲਲ ਮੰਡੀ ਖੋਲਦਾ ਬਾਹਰ ਨਾਲ ਹੀ, ਉੱਥੇ ਜਿਹੜਾ ਬੰਦਾ ਪ੍ਰਾਈਵੇਟ ਪਲੇਅਰ ਹੋਊਗਾ ਉਹਨੂੰ ਟੈਕਸ ਨਹੀਂ ਦੇਣਾ ਪੈਣਾ ਜਦੋਂ ਉਹਨੇ ਉਹ ਚੀਜ਼ ਚੁੱਕਣੀ ਆ। ਜੇ ਉਹਨੂੰ ਟੈਕਸ ਨਾ ਦੇਣਾ ਪਿਆ ਤਾਂ ਮੀਨਿੰਗ ਹੀ ਵੀ ਏਬਲ ਟੂ ਗਿਵ ਅ ਹਾਇਰ ਪ੍ਰਾਈਸ ਟੂ ਦ ਫਾਰਮਰ। ਉਹ ਜ਼ਿਆਦਾ ਚੀਜ਼ ਦੀ ਪ੍ਰਾਈਸ ਦੇ ਸਕਦਾ ਪਹਿਲੇ ਸਾਲ, ਦੂਜੇ ਸਾਲ ਵੀ ਦਊਗਾ, ਤੀਜੇ ਸਾਲ ਜਦੋਂ ਮੰਡੀ ਬੰਦ ਹੋ ਗਈ, ਕਿਉਂਕਿ ਮੰਡੀ ਉੱਥੇ ਰਹਿ ਨਹੀਂ ਸਕਦੀ। ਜੇ ਮੰਡੀ ਦਾ ਜਿਹੜਾ ਆੜਤੀਆ ਵਾ ਉਹ ਕੋਲ ਬਿਜ਼ਨਸ ਨਹੀਂ ਆਇਆ ਪਹਿਲੇ ਸਾਲ, ਦੂਜੇ ਸਾਲ, ਉਹ ਪਾਗਲ ਥੋੜੀ ਉੱਥੇ ਬੈਠਾ ਰਹੂਗਾ, ਉਹਨੇ ਜਾ ਕੇ ਹੋਰ ਕੰਮ ਕਰਨਾ। ਸੋ ਨਾਲ ਨਾਲ ਮੰਡੀ ਬੰਦ ਹੋ ਜਾਂਦੀ ਹੈ। ਜਦੋਂ ਮੰਡੀ ਬੰਦ ਹੋ ਗਈ ਫਿਰ ਉਹੀ ਹਾਲ ਹੋ ਗਿਆ ਜੋ ਮੈਂ ਤੁਹਾਨੂੰ ਦੱਸਿਆ ਆਸਾਮ ਵਿੱਚ, ਉਹੀ ਹਾਲ ਹੋ ਗਿਆ ਜਿਹੜੇ ਬਾਕੀ ਥਾਵਾਂ 'ਚ। ਪਰ ਵੱਡੀ ਟਰਬਲ ਕੀ ਆ, ਉਹ ਜਿਹੜਾ ਟੈਕਸ ਦਾ ਪੈਸਾ ਸੀ ਜਿਹਦੇ ਨਾਲ ਸਾਡਾ ਪਿੰਡ ਚੱਲਦੇ ਸੀ, ਜਿਹਦੇ ਨਾਲ ਸਾਡੀਆਂ ਗਲੀਆਂ ਬਣਦੀਆਂ ਸੀ, ਉਹ ਗਲੀਆਂ ਨਹੀਂ ਬਣਦੀਆਂ, ਉਹ ਨਾਲੀਆਂ ਨਹੀਂ ਬਣਦੀਆਂ, ਸਾਡੇ ਪਿੰਡ ਪਿੱਛੇ ਚੱਲ ਜਾਣੇ ਆ। ਤੁਹਾਡੇ ਕੋਲ GT ਰੋਡ ਨਹੀਂ ਬਣਦੀ। ਜੇ ਤੁਸੀਂ ਵੇਖੋ ਤੁਹਾਡੇ ਸ਼ਹਿਰਾਂ 'ਚ ਵੱਡੀਆਂ ਵੱਡੀਆਂ ਸੜਕਾਂ ਨਹੀਂ ਬਣਦੀਆਂ, ਉੱਥੇ ਤੁਸੀਂ ਟੋਲ ਪਲਾਜ਼ੇ ਲਾਤੇ ਕਿ ਬਈ ਸਰਕਾਰੀ ਲੋਕ, ਆਪਣੇ ਪ੍ਰਾਈਵੇਟ ਲੋਕ ਆਓ, ਆ ਕੇ ਇੱਥੇ ਇੰਨਾ ਟੋਲ ਚਾਰਜ ਕਰੋ ਤੇ ਤੁਸੀਂ ਸੜਕਾਂ ਬਣਾਓ। then how do you expect your government to build roads in villages? so that's why, and ਦੂਜੀ ਇੱਕ ਹੋਰ ਗੱਲ ਜਿਹੜੀ ਇਹਦੀ ਟਰਬਲ ਆ, ਬਹੁਤ ਜ਼ਿਆਦਾ ਮਜ਼ਦੂਰ ਇਹਨਾਂ ਮੰਡੀਆਂ 'ਚ ਕੰਮ ਕਰਦੇ ਆ। ਹੁਣ ਜਦੋਂ ਬਿਲ ਗੇਟਸ ਵਰਗੇ ਬੰਦਿਆਂ ਨੇ ਤੁਹਾਡੇ ਐਗਰੀਕਲਚਰ 'ਚ ਆ ਗਏ, ਉਹਨਾਂ ਨੇ ਆਪਣੀਆਂ ਮੰਡੀਆਂ ਖੋਲ ਲੀਆਂ, ਐਮਾਜ਼ਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਉੱਥੇ ਇੱਕ ਸਿਸਟਮੈਟਿਕ ਵੇ ਹੋਊਗਾ, ਕਿਸਾਨ ਜਾਊਗਾ ਆਪਣੀ ਫਸਲ ਸੁੱਟੂਗਾ, ਜਾਂ ਉਹਨਾਂ ਦੇ ਆਟੋਮੈਟਿਕ ਟਰੱਕਸ ਹੁੰਦੇ, ਸੈਲਫ ਡਰਾਈਵਿੰਗ ਵਹੀਕਲਸ ਆ ਗਏ ਆ, ਉਹਨਾਂ ਨੇ ਕਿਸਾਨ ਕੋ ਜਾਣਾ, ਉਹਦੀ ਫਸਲ ਚੁੱਕਣੀ ਆ, ਮੰਡੀ 'ਚ ਲੈ ਆਉਣੀ ਆ, ਮੰਡੀ 'ਚ ਇੱਕ ਮਸ਼ੀਨ ਤੋਂ ਦੂਜੀ ਮਸ਼ੀਨ, ਦੂਜੀ ਤੋਂ ਤੀਜੀ ਮਸ਼ੀਨ, ਚੌਥੀ 'ਚ ਪੈਕੇਜਿੰਗ ਤੋਂ ਬਾਅਦ ਬਾਹਰ। ਕਿੰਨੀਆਂ ਜੌਬਸ ਜਿਹੜੀਆਂ ਮਜ਼ਦੂਰਾਂ ਦੀਆਂ, ਉਹੀ ਮਜ਼ਦੂਰ ਹੈ ਜਿਹੜੀਆਂ ਤੁਹਾਡੀਆਂ ਦੁਕਾਨਾਂ ਤੇ ਆ ਕੇ ਮਠਿਆਈ ਖਰੀਦਦੇ ਆ, ਕਰਿਆਨੇ ਦਾ ਸਮਾਨ ਖਰੀਦਦੇ ਆ, ਉਹਨਾਂ ਕੋਲ ਜੌਬਸ ਨਹੀਂ ਰਹਿਣੀਆਂ। So you're literally killing so many people right off the bat. ਬਹੁਤ ਟਰਬਲ ਹੈ। ਨੰਬਰ 1 ਇਹ ਤੇ ਪਹਿਲਾ ਹੀ ਕਾਨੂੰਨ ਹੈ। ਹੁਣ ਦੂਜਾ ਕਾਨੂੰਨ ਹੈ ਕੰਟਰੈਕਟ ਫਾਰਮਿੰਗ। ਇਹਦੇ ਵਿੱਚ ਵੀ ਬਹੁਤ ਟਰਬਲਸ ਆ। ਨੰਬਰ 1 ਉਹ ਆਂਦੇ ਕਿ ਜਦੋਂ ਕੰਟਰੈਕਟ ਫਾਰਮਿੰਗ ਹੋਊਗੀ, ਕੰਟਰੈਕਟ ਫਾਰਮਿੰਗ ਵਿੱਚ ਜਿਹੜੀ ਬੀ ਆ, ਉਹ ਬੀ ਵੀ ਤੁਸੀਂ ਉਹਦੇ ਕੋਲ ਲਓਗੇ ਜਿਹਨਾਂ ਤੁਸੀਂ ਕੰਟਰੈਕਟ ਸਾਈਨ ਕੀਤਾ। ਪਾਣੀ ਕਿੰਨਾ, ਫਰਟੀਲਾਈਜ਼ਰ, ਹੁਣ ਫਰਟੀਲਾਈਜ਼ਰ ਸਰਕਾਰ ਕੋ ਫਰਟੀਲਾਈਜ਼ਰ ਨਹੀਂ ਦਿੱਤਾ ਜਾ ਰਿਹਾ, ਪ੍ਰਾਈਵੇਟ ਪਲੇਅਰਸ ਕੋ ਜਦੋਂ ਆਪਾਂ ਫਰਟੀਲਾਈਜ਼ਰ ਲੈਣ ਜਾਵਾਂਗੇ ਤੇ ਕੀ ਕੀਮਤ ਆਪਾਂ ਨੂੰ ਦੇਣੀ ਪਊਗੀ, ਫਰਟੀਲਾਈਜ਼ਰ ਵੀ ਉਹਨਾਂ ਕੋਲ ਲੈਣਾ, ਬਿਕਾਜ਼ ਦੈਟਸ ਪਾਰਟ ਆਫ ਦਾ ਕੰਟਰੈਕਟ ਕਿ ਤੁਸੀਂ ਇਦਾਂ ਫਸਲ ਨੂੰ, ਆ ਬੀ ਨੂੰ ਪੈਦਾ ਕਰਨਾ। ਤੇ ਜੇ ਕੱਲ ਜਦੋਂ ਵੀ ਤੁਸੀਂ ਉਹ ਚੀਜ਼ ਦੀ ਫਸਲ, ਫਰੂਟ, ਫਲ ਨੂੰ ਪੈਦਾ ਕਰਤਾ, ਉਹਦੀ ਗ੍ਰੇਡਿੰਗ ਹੋਊਗੀ, ਉਹਦਾ ਰੰਗ ਕਿਹੋ ਜਿਹਾ, ਉਹਦਾ ਕਲਰ ਕਿਹੋ ਜਿਹਾ, ਉਹਦਾ ਟੈਕਸਚਰ ਕਿਹੋ ਜਿਹਾ, ਜੇ ਕੋਈ ਵੀ ਚੀਜ਼ ਵਿੱਚ ਕੋਈ ਘਾਟ ਲੱਗੀ ਤੇ ਅਸੀਂ ਤੁਹਾਨੂੰ ਉਹ ਪ੍ਰਾਈਸ ਨਹੀਂ ਦੇਣੀ। ਹੁਣ ਜਿਹੜਾ ਉਹ ਵਿਚਾਰਾ ਮਜ਼ਦੂਰ ਆ ਜਿਹਨੇ ਉਹ ਚੀਜ਼ ਉਹੀ ਫੋਲੋ ਕੀਤੀ ਆ, ਡਾਇਰੈਕਸ਼ਨਸ, ਸਟੈਪ, ਜਿਹੜਾ ਆਪਾਂ ਸਾਇੰਟਿਫਿਕ ਕੋਈ ਐਕਸਪੈਰੀਮੈਂਟ ਕਰਦੇ ਆ, you have a hypothesis and then you go through whatever process, ਤੁਸੀਂ ਉਹ ਪ੍ਰੋਸੈਸ ਤੇ ਉਹ ਚੀਜ਼ ਨੂੰ ਉਗਾਇਆ, ਪਰ ਖੁਦਾ ਨਾ ਖਾਸਤਾ ਕੋਈ ਤੂਫਾਨ ਆ ਗਿਆ, ਕੋਈ ਹੜ੍ਹ ਆ ਗਿਆ, ਕੋਈ ਕੁਝ ਵੀ ਹੋ ਗਿਆ ਤੇ ਤੁਹਾਡੇ ਸੇਬ ਦਾ ਉਹ ਰੰਗ ਨਾ ਰਿਹਾ, ਉਹਨੇ ਕਹਿਣਾ ਨਹੀਂ ਮੈਂ ਤਾਂ ਤੈਨੂੰ ਦੇ ਨਹੀਂ ਸਕਦਾ। ਸੋ ਯੋਰ ਕਾਸਟ ਉਹਲੇ ਸਾਲ ਵਿੱਚ ਕਿੰਨੇ ਪੈਸੇ ਦੇ ਕੇ ਤੁਸੀਂ ਉਹ ਚੀਜ਼ ਨੂੰ ਪੈਦਾ ਕੀਤਾ, ਐਂਡ ਰਾਈਟ देयर ਉਹ ਕੰਟਰੈਕਟ ਨੂੰ ਕਹੂਗਾ ਕਿ ਨਹੀਂ ਯਾਰ ਤੇਰਾ ਉਹ ਕਲਰ ਉਹ ਨਹੀਂ ਹੈ ਜਿਹੜਾ ਕੰਟਰੈਕਟ 'ਚ ਆ,
ਦੈਨ ਯੂ ਲਾਈਕ ਨਹੀਂ ਯਾਰ ਮੈਂ ਐਸਡੀਐਮ ਕੋ ਜਾਣਾ, ਮੈਂ ਰਿਪੋਰਟ ਕਰਨਾ। ਹੁਣ ਤੁਹਾਡੇ ਵੀ ਤੁਸੀਂ ਸ਼ਹਿਰਾਂ 'ਚ ਬਿਲੋਂਗ ਕਰਦੇ ਹੋ, ਕਿੰਨੇ ਕੁ ਲੋਕ ਐਸਡੀਐਮ ਕੋ ਜਾਂਦੇ ਆ, ਵਿਚਾਰੇ ਐਸਡੀਐਮ ਤੇ ਅੱਗੇ ਹੀ ਬੜੇ ਬਿਜ਼ੀ ਆ, ਉਹਨਾਂ ਦੇ ਟੇਬਲ ਤੇ ਭਰੇ ਰਹਿੰਦੇ ਫਾਈਲਾਂ ਨਾਲ। ਹੁਣ ਇੱਕ ਹੋਰ ਐਸਡੀਐਮ ਹੈ ਜਿਹੜਾ ਸਾਡੇ ਕਰਨਾਲ, ਜਿਹਨੇ ਉਹ ਦੰਗਾ ਕਰਾਇਆ, ਜਿਹਨੇ ਕਿਹਾ ਕਿ ਸਿਰਾਂ 'ਚ ਡਾਂਗਾ ਮਾਰੋ ਕਿਸਾਨਾਂ ਦੇ। ਸੋ ਦੈਟਸ ਦ ਗਾਈ ਯੂ ਐਕਸਪੈਕਟਿੰਗ ਟੂ ਗੋ ਵਿਦ ਯੋਰ ਕੇਸ। ਉਹਦੇ ਤੁਸੀਂ ਐਸਡੀਐਮ ਕੋ ਜਾ ਸਕਦੇ ਹੋ, ਪਰ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ। ਹੁਣ ਇਹਦਾ ਤੁਸੀਂ ਵੇਖੋ ਕਿਉਂ ਨਹੀਂ ਆ। ਇਹਦੇ ਵਿੱਚ ਕੀ ਪ੍ਰੋਬਲਮ ਹੈ ਕਿ ਕੰਟਰੈਕਟ ਜਿਹੜਾ ਕਰ ਰਿਹਾ ਨਾ, ਸਮਝੋ ਬਿਲ ਗੇਟਸ ਆ, ਬਿਲ ਗੇਟਸ ਵਾਂਟਸ ਟੂ ਡੂ ਅ ਕੰਟਰੈਕਟ ਇਨ ਪੰਜਾਬ। ਉਹਨੂੰ ਕੀ ਚਾਹੀਦਾ ਵਾ ਕਿ ਇੱਕ ਭਾਵੇਂ ਰਿਕਸ਼ੇ ਵਾਲੇ ਨੂੰ ਵੀ ਨਾਲ ਲੈ ਲੇ। ਉਹਨੇ ਕਹਿਣਾ ਭਾਈ ਰਿਕਸ਼ੇ ਵਾਲੇ ਆ ਜਾ, ਤੇਰੇ ਨਾਲ ਮੈਂ ਕੰਪਨੀ ਖੋਲ ਲੱਗਾ, LIC ਖੋਲ ਲਿਆ, ਆਪਾਂ ਜਾ ਕੇ ਕਿਸਾਨਾਂ ਦਾ 100 ਕਿੱਲਾ ਆਪਾਂ ਠੇਕੇ ਤੇ ਲੈ ਲੈਣਾ। ਉਹਨੇ 100 ਕਿੱਲਾ ਠੇਕੇ ਤੇ ਲੈ ਲਿਆ, ਉਹ ਜਿਹੜੀ ਜ਼ਮੀਨ ਹੈ ਉੱਤੇ ਲੋਨ ਵੀ ਲੈ ਸਕਦਾ, ਉੱਤੇ ਉਹਨੇ ਲੋਨ ਲੈ ਲੈਣਾ। ਕਿਉਂਕਿ ਕਿਸਾਨ ਨੂੰ ਤੁਸੀਂ ਕਹਿਣਾ ਭਾਈ ਮੈਂ ਤੈਨੂੰ ਲੱਖ ਰੁਪਇਆ ਦੇਣਾ, 2 ਲੱਖ ਦੇਣਾ, 3 ਲੱਖ ਠੇਕਾ, ਉਹਨੇ ਕਹਿਣਾ ਯਾਰ, ਕਿਉਂਕਿ ਐਟ ਦੀ ਐਂਡ ਆਫ ਦ ਡੇ ਸਾਰੇ ਕਿਤੇ ਨਾ ਕਿਤੇ ਇਸ ਵੇਲੇ ਕਰਜ਼ੇ ਦੇ ਥੱਲੇ ਆਏ ਆ। ਔਰ ਜਾਂ ਉਹਨਾਂ ਦੀ ਆਪਣੀ ਕੋਈ ਪ੍ਰੋਬਲਮ, ਕਿਸੇ ਨੇ ਆਪਣਾ ਪੁੱਤ ਬਾਹਰ ਭੇਜਣਾ, ਕਿਸੇ ਨੇ ਕੁਝ ਕਰਨਾ, ਕਿਸੇ ਨੇ ਘਰ ਬਣਾਉਣਾ, ਉਹਨੇ ਕਿਉਂਕਿ ਉਹਦਾ ਇੰਨਾ ਦਿਮਾਗ ਨਹੀਂ ਹੈਗਾ ਕਿ ਹਾਂ ਯਾਰ, ਉਹਨੇ ਲਾਲਚ 'ਚ ਆ ਜਾਣਾ। ਯੂ ਕੈਨ ਕੰਟਰੋਲ ਇਟ। ਯੂ ਨਹੀਂ ਯਾਰ ਕਿਸਾਨ ਨਾ ਕਰੇ। ਹਾਂ देयर इज सो मेनी वेज इन दीज लॉज, ਇੰਨੇ ਜ਼ਿਆਦੇ ਲੂਪ ਹੋ ਜਾਏ ਕਾਨੂੰਨਾਂ ਵਿੱਚ ਕਿ ਜੇ ਮੈਂ ਸਮਝੋ ਮੈਂ ਪ੍ਰਾਈਵੇਟ ਪਲੇਅਰ ਆ, ਮੈਂ ਖਾਦ ਹੀ ਬੰਦ ਕਰ ਦੂੰਗਾ। ਯੂ ਹੈਵ ਟੂ ਸਾਈਨ ਅ ਕੰਟਰੈਕਟ ਕਿ ਮੈਂ ਤੁਹਾਨੂੰ ਖਾਦ ਹੀ ਨਹੀਂ ਦਊਂਗਾ, ਫਰਟੀਲਾਈਜ਼ਰ ਹੀ ਨਹੀਂ ਦਊਂਗਾ, ਤੁਹਾਨੂੰ ਕੰਟਰੈਕਟ ਕਰਨਾ ਹੀ ਪੈਣਾ। फर्स्ट ईयर ना करोगे, सेकंड ईयर ना करोगे, थर्ड ईयर फोर्थ ईयर तक यू कैन नॉट सर्वाइव। ਤੁਸੀਂ ਸਰਵਾਈਵ ਨਹੀਂ ਕਰਨ ਪੈਣਾ ਭਾਵੇਂ ਤੁਹਾਡੇ ਕੋਲ 100 ਕਿੱਲਾ ਵਾ। ਜਦੋਂ ਤੁਹਾਡੇ ਕੋਲ ਫਰਟੀਲਾਈਜ਼ਰ ਦੀ ਮਾਰਕੀਟ ਖਤਮ ਹੋ ਜਾਣੀ ਆ, ਓਨਲੀ ਪ੍ਰਾਈਵੇਟ ਪਲੇਅਰਸ 2-3 ਬੰਦਿਆਂ ਦੇ ਹੱਥਾਂ 'ਚ ਸਾਰਾ ਫਰਟੀਲਾਈਜ਼ਰ ਆ ਜਾਣਾ, ਯੂ ਹੈਵ ਟੂ ਸਾਈਨ ਦ ਕੰਟਰੈਕਟ। ਹੁਣ ਉਹ ਜਿਹੜਾ ਬਿਲ ਗੇਟਸ ਹੈ ਜਿਹਨੇ ਤੁਹਾਡੀ ਜ਼ਮੀਨ ਤੇ ਕਰਜ਼ਾ ਲੈ ਲਿਆ, ਉਹਨੇ ਕਹਿਣਾ ਨਹੀਂ ਮੈਂ ਕਰਜ਼ਾ ਦੇ ਵਾਪਸ ਹੀ ਨਹੀਂ ਦੇਣਾ। ਤੁਸੀਂ ਕੀ ਕਰੋਗੇ? ਐਸਡੀਐਮ ਕੋ ਜਾਓਗੇ। ਤੁਹਾਡੇ ਤੇ ਵਿਜੇ ਮਾਲਿਆ ਅੱਗੇ ਬਾਹਰਲੇ ਦੇਸ਼ਾਂ 'ਚ ਫਿਰਦੇ ਆ। So they have the ability to take loans on your land. ਫਿਰ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ। ਆਂਦੇ ਜੇ ਤੁਸੀਂ ਫਸਲ ਵੇਚਦੇ ਹੋ 3 ਦਿਨਾਂ ਬਾਅਦ, ਜੇ ਤੁਹਾਨੂੰ ਵਪਾਰੀ ਜਿਹੜਾ ਪੈਸੇ ਨਹੀਂ ਦਿੰਦਾ, ਤੁਸੀਂ ਐਸਡੀਐਮ ਕੋ ਜਾ ਸਕਦੇ ਹੋ। 30 ਦਿਨਾਂ ਬਾਅਦ ਤੁਸੀਂ ਡੀਸੀ ਕੋ ਜਾ ਸਕਦੇ ਹੋ। ਡੀਸੀ ਤੋਂ ਉੱਪਰ ਤੁਸੀਂ ਨਹੀਂ ਜਾ ਸਕਦੇ। ਹੁਣ ਤੁਹਾਡਾ ਇਹ ਦੇਸ਼ ਦਾ ਕਾਨੂੰਨ ਨਾਲ ਮੈਂ ਵੀ ਵਾਕਿਫ ਹਾਂ, ਮੈਂ ਵੀ ਲੋਕਾਂ ਨੂੰ ਮਿਲਿਆ, ਕਿੰਨੀ ਕੁ ਇਮਾਨਦਾਰੀ ਨਾਲ ਇੱਥੇ ਕੰਮ ਹੁੰਦਾ ਤੁਹਾਨੂੰ ਪਤਾ। ਹੁਣ ਇੱਕ ਵਿਚਾਰਾ ਕਿਸਾਨ, ਐਂਡ ਲੈਟ ਮੀ ਟੈਲ ਯੂ ਅ ਫੈਕਟ, 70% of India depends on farming. 85% of the farmers have less than 2 acres of land. ਹੁਣ 2 ਕਿੱਲਿਆਂ ਤੋਂ ਘੱਟ ਵਾਲਾ ਕਿਸਾਨ ਲਿਟੀਗੇਸ਼ਨ ਵਿੱਚ ਤੁਸੀਂ ਫਸਾਤਾ, ਜਿਹੜਾ ਵਿਚਾਰਾ ਚੱਕਰ ਕੱਟੀ ਜਾਂਦਾ ਐਸਡੀਐਮ ਦੇ ਡੀਸੀ ਦੇ, ਉਹ ਕੀ ਕਰੂਗਾ? ਉਹ ਆਪਣੀ ਜ਼ਮੀਨ ਵੇਚ ਦੂਗਾ। At the end of the day, you will be forced to sell your land because you will have no way out. You will be forced to commit suicide because you have no way out. Doesn't matter. ਤੁਸੀਂ ਤੁਹਾਡੇ ਕੋਲ 1 ਕਿੱਲਾ ਵਾ, ਤੁਹਾਡੇ ਕੋਲ 100 ਕਿੱਲੇ ਆ, ਯੂ ਆਰ ਨਾਟ ਐਸ ਸਟਰੋਂਗ ਐਸ ਬਿਲ ਗੇਟਸ। ਤੁਸੀਂ ਦਾਨੀ ਅੰਬਾਨੀ ਦਾ ਨਾਮ ਲੈ ਰਹੇ ਹੋ, ਮੈਂ ਤੁਹਾਨੂੰ ਇੱਕ ਹੋਰ ਨਾਮ ਇੰਟਰੋਡਿਊਸ ਕਰੂੰਗਾ ਥੋੜੀ ਦੇਰ ਬਾਅਦ, ਬਿਲ ਗੇਟਸ। ਨੰਬਰ 3, ਤੀਜਾ ਕਾਨੂੰਨ, ਐਸੈਂਸ਼ੀਅਲ ਕਮੋਡਿਟੀਜ਼ ਐਕਟ। 1955 ਵਿੱਚ ਸਾਡੇ ਦੇਸ਼ ਦਾ ਬਹੁਤ ਬੁਰਾ ਹਾਲ ਸੀ। ਇੱਥੇ ਜਿਹੜੇ ਟ੍ਰੇਡਰ ਸੀ ਉਹ ਸਮਾਨ ਇਕੱਠਾ ਕਰਦੇ ਸੀ, ਭਾਵੇਂ ਉਹ ਆਇਲ ਆ, ਭਾਵੇਂ ਉਹ ਕਾਰਾਂ ਦੇ ਪਾਰਟਸ ਆ, ਭਾਵੇਂ ਉਹ ਖਾਣ ਪੀਣ ਦਾ ਸਮਾਨ ਆ, ਉਹ ਇਕੱਠਾ ਕਰਦੇ ਸੀ। ਉਹ ਪ੍ਰਾਈਸ ਫਿਰ ਜਿਹੜੀ ਉਹ ਚੁੱਕ ਦਿੰਦੇ ਸੀ ਬਲੈਕ ਮਾਰਕੀਟ 'ਚ। ਲੋਕੀ ਤਰਸਦੇ ਸੀ ਸਾਨੂੰ ਆ ਚੀਜ਼ ਮਿਲੇ, ਪਰ ਮਿਲਦੀ ਨਹੀਂ ਸੀ। ਇਨ 1955 ਇੱਕ ਲਾਅ ਆਇਆ, ਐਸੈਂਸ਼ੀਅਲ ਕਮੋਡਿਟੀਜ਼ ਐਕਟ, ਕਿ ਤੁਸੀਂ ਇਹ ਚੀਜ਼ਾਂ ਸਟੋਰ ਨਹੀਂ ਕਰ ਸਕਦੇ। ਤੁਸੀਂ ਆਇਲ ਸਟੋਰ ਨਹੀਂ ਕਰ ਸਕਦੇ, ਤੁਸੀਂ ਕਾਰਾਂ ਦੇ ਪਾਰਟਸ ਨਹੀਂ ਸਟੋਰ ਕਰ ਸਕਦੇ, ਤੁਸੀਂ ਆ ਖਾਣ ਪੀਣ ਵਾਲੀਆਂ ਚੀਜ਼ਾਂ ਸਟੋਰ ਨਹੀਂ ਕਰ ਸਕਦੇ। ਔਰ ਇਸ ਤੋਂ ਬਾਅਦ ਕੋਈ ਵੀ ਸਰਕਾਰ ਆਈ ਆ, ਕਦੀ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਈ ਕਿ ਇਹ ਕਾਨੂੰਨ ਨੂੰ ਤੋੜ ਸਕੇ। ਜਿੰਨੇ ਵੀ ਕੀਤਾ ਇਹ ਕਾਨੂੰਨ ਨੂੰ ਤਕੜਾ ਕੀਤਾ। ਸੋ ਹਾਊ ਕਮ ਇਨ 70 ਇਅਰਸ ਇੱਕ ਵੀ ਸਰਕਾਰ ਨੇ ਕਾਨੂੰਨ ਨੂੰ ਮਾੜਾ ਨਹੀਂ ਕੀਤਾ, ਤਕੜੇ ਕੀਤਾ, ਪਰ ਅੱਜ ਦੀ ਸਰਕਾਰ ਕਹਿੰਦੀ ਕਿ ਇਹਨੂੰ ਖਤਮ ਕਰ ਦਿਓ। ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਵਾ ਉਹ ਕਹਿੰਦਾ ਵਾ ਕਿ ਤੁਸੀਂ ਜਿੰਨਾ ਮਰਜ਼ੀ ਗੋਦਾਮਾਂ ਭਰ ਲਓ। ਹੁਣ ਮੈਂ ਤੁਹਾਨੂੰ ਅੱਗੇ ਫੈਕਟ ਦਿੱਤਾ, ਮੈਂ ਕਿਹਾ 85% ਜਿਹੜੇ ਕਿਸਾਨ ਆ ਉਹ 2 ਏਕੜ ਤੋਂ ਘੱਟ ਜ਼ਮੀਨ ਵਾਲੇ ਆ। ਔਰ ਜਿਹੜਾ ਕਿਸਾਨ ਆ ਹਰ ਇੱਕ ਸਾਲ ਆਪਣੀ ਜ਼ਮੀਨ ਜਿਹੜੀ ਉਹਦੀ ਫਸਲ ਆ ਉਹ ਤੇ ਡਿਪੈਂਡ ਕਰਦਾ ਰੋਟੀ ਲਈ। ਉਹ ਅਨਾਜ ਨੂੰ ਇਕੱਠਾ ਕਰ ਹੀ ਨਹੀਂ ਸਕਦਾ। ਸੋ ਹਾਊ ਕੈਨ ਥੀਸ ਲਾਜ਼ ਬੀ ਫॉर द ਫਾਰਮਰਸ? ਆਂਦੇ ਕਿ ਤੁਸੀਂ ਜਿੰਨਾ ਮਰਜ਼ੀ ਸਮਾਨ, ਕਿੰਨੇ ਲੋਕ ਹੈ ਇਸ ਦੇਸ਼ ਵਿੱਚ ਜਿਹੜੇ ਅਨਾਜ ਇਕੱਠਾ ਕਰ ਸਕਦੇ ਗੋਦਾਮਾਂ 'ਚ? 4 ਜਾਂ 5। ਸੋ ਦਿਸ ਜਿਹੜਾ ਆ ਕਾਨੂੰਨ ਆ ਐਸੈਂਸ਼ੀਅਲ ਕਮੋਡਿਟੀਜ਼ ਐਕਟ, ਔਰ ਜੇ ਤੁਹਾਨੂੰ ਇਕਨੋਮਿਕਸ ਤੁਸੀਂ ਪੜ੍ਹੇ ਆ, ਤੁਸੀਂ ਸਪਲਾਈ ਐਂਡ ਡਿਮਾਂਡ ਜਾਣਦੇ ਹੋ ਕਿ ਜੇ ਤੁਹਾਡੇ ਗੋਦਾਮ ਉਹਨਾਂ ਨੇ ਭਰ ਲਏ ਐਂਡ ਤੁਹਾਡੀਆਂ ਜਿਹੜੀਆਂ ਪ੍ਰਾਈਸਾਂ ਉਹ ਤੁਸੀਂ ਅੱਗੇ ਅਫੈਕਟਡ ਹੋ, ਮਰਸਨ ਜਿਹੜਾ ਤੁਹਾਡਾ ਤੇਲ ਆ, ਸਰੋਂ ਦਾ ਤੇਲ ਆ, ਉਹ ਤੁਹਾਡੇ ਉਹਦੀ ਪ੍ਰਾਈਸ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤੀਜਾ ਕਾਨੂੰਨ ਹੈ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਸੋ ਤੁਸੀਂ ਕਹੋਗੇ ਚਲੋ ਯਾਰ ਮਜ਼ਦੂਰ ਮਰ ਗਿਆ, ਚਲੋ ਯਾਰ ਕਿਸਾਨ ਮਰ ਗਿਆ, ਪਰ ਮੈਂ ਤੇ ਸ਼ਹਿਰੋਂ ਆ, ਮੈਂ ਕਿੱਦਾਂ ਮਰਦਾ? ਹੁਣ
ਜੇ ਤੁਸੀਂ ਤੁਹਾਨੂੰ ਹਜੇ ਤੱਕ ਇਹ ਚੀਜ਼ਾਂ 'ਚ ਵੀ ਸਮਝ ਨਾ ਆਈ, ਮੈਂ ਤੁਹਾਨੂੰ ਇੱਕ ਲਾਸਟ ਫੈਕਟ ਦੱਸ ਲੱਗਾ ਜਿਹੜਾ ਸਭ ਤੋਂ ਖਤਰਨਾਕ ਹੈ ਦੇਸ਼ ਲਈ। ਹੁਣ ਜਿਹੜੇ ਮੰਡੀਆਂ ਵਾ ਉਹ ਵੀ ਇਹਨਾਂ ਦੀਆਂ ਹੋ ਗਈਆਂ ਕਾਰਪੋਰੇਟਸ ਦੀਆਂ, ਜਿਹੜੇ ਟ੍ਰੇਨਾਂ ਵਾ ਜਿਨ੍ਹਾਂ 'ਚ ਸਮਾਨ ਅਸੀਂ ਟਰਾਂਸਪੋਰਟ ਕਰਦੇ ਆ ਇੱਕ ਥਾਂ ਤੋਂ ਦੂਜੀ ਥਾਂ ਤੋਂ, ਉਹ ਵੀ ਕਾਰਪੋਰੇਟਸ ਦਾ। ਹਵਾਈ ਜਹਾਜ਼ ਵੀ ਜਿਹੜੇ ਆ ਉਹ ਵੀ ਕਾਰਪੋਰੇਟਸ ਦੇ, ਗੋਦਾਮ ਕਾਰਪੋਰੇਟਸ ਦੇ, ਹਵਾਈ ਜਹਾਜ਼ ਉਹਨਾਂ ਦੇ, ਟ੍ਰੇਨਾਂ ਉਹਨਾਂ ਦੀਆਂ। ਜਿਹੜੇ ਬੰਦਰਗਾਹਾਂ ਵਾ ਜਿਨ੍ਹਾਂ ਚੋਂ ਸਮਾਨ ਇਸ ਦੇਸ਼ ਚੋਂ ਅੰਦਰ ਬਾਹਰ ਜਾਣਾ ਉਹ ਵੀ ਹਜੇ ਇਹਨਾਂ ਦੀਆਂ। ਗੁਜਰਾਤ ਇਹਨਾਂ ਦਾ। ਮਤਲਬ ਕਿ ਇਸ ਦੇਸ਼ ਵਿੱਚੋਂ ਅਨਾਜ ਬਾਹਰਲੇ ਦੇਸ਼ਾਂ 'ਚ ਜਾਊਗਾ ਵਿਕਣ ਲਈ, ਪਰ ਉਹ ਪੈਸਾ ਵਾਪਸ ਕਦੀ ਇਸ ਦੇਸ਼ ਵਿੱਚ ਨਹੀਂ ਆ ਸਕਦਾ, ਕਿਉਂਕਿ ਕਿੰਨੇ ਕੁ ਇਮਾਨਦਾਰ ਹੈ ਲੋਕ। ਮੈਂ ਬੰਦਰਗਾਹ ਤੇ, ਗੋਦਾਮ ਤੇ ਕਿਤੇ ਵੀ ਲਿਖ ਦੂੰਗਾ 100, ਜਿੱਥੇ ਮੈਂ 1000 ਬੋਰੀ ਲੈ ਕੇ ਚੱਲਿਆ ਬਾਹਰਲੇ ਦੇਸ਼, ਕਿਉਂਕਿ ਮੈਨੂੰ ਟੈਕਸ ਮੈਂ ਚਾਹੁੰਦਾ ਨਹੀਂ ਮੇਰੇ ਤੇ ਟੈਕਸ ਲੱਗੇ। ਬਾਹਰ ਜਾ ਕੇ ਜਾਣਾ ਕੋਈ ਵੀ ਚੀਜ਼ ਦੇਸ਼ ਦੇ ਅੰਦਰ ਬਾਹਰ, ਮੈਂ ਉਹ ਚੀਜ਼ ਤੋਂ ਬਚਣਾ। ਮੈਂ ਕਿਉਂ ਲਿਖੂੰਗਾ ਜੋ ਸਾਰਾ ਕੁਝ ਮੇਰੇ ਕੋ ਆ, ਬੰਦਰਗਾਹ ਤੱਕ ਮੇਰੇ ਕੋ ਆ, 에ਅਰਪੋਰਟਾਂ ਤੱਕ ਮੇਰੇ ਕੋ ਆ, ਹਵਾਈ ਜਹਾਜ਼ ਮੇਰੇ ਕੋ ਆ। ਮੈਂ ਇੰਨਾ ਤੇ ਸਟੂਪਿਡ ਨਹੀਂ ਆ ਨਾ ਯਾਰ। ਇਹ ਤੇ ਟਰੰਪ ਨੇ ਵੀ ਕਿਹਾ ਵਾ, ਟੈਕਸ ਜਿਹੜੀ ਇਵੇਜਨ ਆ ਉਹ ਤੁਹਾਡਾ ਆਪਣਾ ਦਿਮਾਗ ਆ, ਜੇ ਤੁਸੀਂ ਬਚ ਸਕਦੇ ਹੋ ਜਰੂਰ ਬਚੋ। ਸੋ ਇਹ ਬਿਜ਼ਨਸਮੈਨ ਮੰਨਦੇ ਆ ਕਿ ਟੈਕਸ ਬਚਾਉਣਾ ਸਾਡਾ ਹੱਕ ਬਣਦਾ, ਸਾਡਾ ਦਿਮਾਗ ਆ। ਸੋ ਤੁਹਾਡੇ ਦੇਸ਼ ਵਿੱਚੋਂ ਕਾਲਾ ਧਨ ਬਾਹਰ ਜਾਊਗਾ ਇਨ ਮੀਨਸ ਆਫ ਫੂਡ, ਪਰ ਉਹ ਪੈਸਾ ਬਣ ਕੇ ਕਦੀ ਵੀ ਵਾਪਸ ਨਹੀਂ ਆ ਸਕਦਾ, ਕਿਉਂਕਿ ਕੋਈ ਵੀ ਪੈਸਾ ਸੀ ਉਹਨੇ ਬੈਂਕ ਰਾਹੀਂ ਵਾਪਸ ਆਉਣਾ ਸੀ। ਸੋ ਤੁਹਾਡਾ ਦੇਸ਼ ਕੰਗਾਲ ਹੋਊਗਾ, ਤੁਹਾਡਾ ਕਿਸਾਨ ਮਰੂਗਾ। ਜਿਹੜਾ ਕਿਸਾਨ 70% ਮੇਕਅਪ ਕਰਦਾ ਤੁਹਾਡੀ ਪੋਪੂਲੇਸ਼ਨ 'ਚ, ਉਹ ਮਰ ਗਿਆ ਤੇ ਤੁਹਾਡਾ ਹਾਲ ਕੀ ਹੋਊਗਾ ਇਹ ਤੁਸੀਂ ਆਪ ਹੀ ਸਭ ਜਾਣ ਲਓ। ਸੋ ਜਿਹੜੇ ਉੱਥੇ ਲੋਕ ਬਾਰਡਰਾਂ ਤੇ ਲੜਦੇ ਆ, ਆਂਦੇ ਹੁੰਦੇ ਆ ਦੋ ਤਰ੍ਹਾਂ ਦੇ ਲੋਕ ਆ, ਇੱਕ ਜਾਗਦੇ ਇੱਕ ਸੁੱਤੇ। ਜਿਹੜੇ ਜਾਗ ਪੈਂਦੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਉਹ ਕਹਿੰਦੇ ਯਾਰ ਤੁਸੀਂ ਕਿਉਂ ਨਹੀਂ ਜਾਗਦੇ। ਹੁਣ ਮੈਂ ਜੇ ਬਾਹਰਲੇ ਦੇਸ਼ 'ਚ ਬੈਠਾ ਸਾਂ, ਸੋ ਬਿਫੋਰ ਆਈ ਮੇਡ ਦਿਸ ਸਟੈਪ ਕਿ ਮੈਂ ਇੰਡੀਆ ਜਾਣਾ, ਮੈਂ ਕੋਈ ਲੋਕਾਂ ਨੂੰ ਵੇਖਿਆ, ਕੁਝ ਪੜਿਆ। ਸਾਡਾ ਇੱਕ ਫਰੈਂਡ ਆ, ਉਹ UPS ਦੀ ਟ੍ਰੇਨਿੰਗ ਦਿੰਦਾ, IAS OBN ਦੀ ਟ੍ਰੇਨਿੰਗ ਦਿੰਦਾ ਦਿੱਲੀ 'ਚ। ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਕਿਹਾ ਯਾਰ ਰਿਵਿਊ ਕਰਦੇ, ਕਿਤੇ ਇਹ ਨਾ ਹੋਵੇ ਮੈਂ ਕਿਸੇ ਪੋਲੀਟੀਕਲ ਸਟੰਟ ਵਿੱਚ ਅੜ ਜਾ, ਕਿਉਂਕਿ ਮੈਂ ਆਪਣਾ ਸਾਰਾ ਕੁਝ ਛੱਡ ਕੇ ਆਉਣ ਲੱਗਾ। ਔਰ ਉਹ ਜਿਹੜੇ ਮਕਾਮ ਤੇ ਮੈਂ ਇਸ ਵੇਲੇ ਪਹੁੰਚਿਆ, ਸ਼ਾਇਦ ਮੈਨੂੰ ਕਦੀ ਵੀ ਜ਼ਿੰਦਗੀ 'ਚ ਵਾਪਸ ਮੈਂ ਉੱਥੇ ਨਾ ਪਹੁੰਚ ਸਕਾਂ। ਇੱਕ ਵੱਡਾ ਡਿਸੀਜਨ ਹੈ, ਮੈਨੂੰ ਇੱਕ ਵਾਰੀ ਦੱਸ ਦੇ। ਰਵੀਸ਼ ਕੁਮਾਰ ਨੂੰ ਵੇਖਿਆ, ਕੁਝ ਜਥੇਬੰਦੀ ਦੇ ਲੀਡਰਾਂ ਨੂੰ ਸੁਣਿਆ, ਆਪ ਵੀ ਜਿੰਨੇ ਤੱਕ ਪੜ੍ਹ ਸਕਿਆ ਪੜ੍ਹਨ ਦੀ ਕੋਸ਼ਿਸ਼ ਕੀਤੀ, ਔਰ ਇਹੋ ਹੀ ਚੀਜ਼ ਨੋਟ ਕੀਤੀ ਕਿ ਯਾਰ ਇਹ ਲਾਸਟ ਲੜਾਈ ਹੈ। ਜੇ ਲੜਾਈ ਨਾ ਲੜੀ ਤੇ ਫਿਰ ਯਾਰ ਸਾਡਾ ਕੁਝ ਨਹੀਂ ਰਹਿਣਾ। ਹੁਣ ਬਹੁਤ ਮੈਨੂੰ ਬਾਹਰ ਹੀ ਇੱਕ ਕੁਐਸਚਨ ਕੀਤਾ ਸੀ, ਮੈਂ ਉਹਦਾ ਜਵਾਬ ਵੀ ਹੋਣਾ ਲਾਸਟ ਐਜ਼ ਅ ਲਾਸਟ ਥਿੰਗ, ਦੈਨ ਵੀ ਕੈਨ ਟੇਕ ਯੂਰ ਕੁਐਸਚਨਸ। ਬਟ ਲਾਸਟ ਚੀਜ਼ ਮੈਂ ਤੁਹਾਨੂੰ ਦੇਣ ਲੱਗਾ। ਲੋਕ ਕਹਿੰਦੇ ਆ ਯਾਰ ਤੁਸੀਂ ਅੜੀਓ ਲਓ, ਕਿਸਾਨੀ ਜਿਹੜੇ ਆ ਨਾ ਕਿਸਾਨ, ਤੁਸੀਂ ਅੜੀਓ ਲਓ, ਤੁਸੀਂ ਅਮੈਂਡਮੈਂਟਸ ਕਰ ਰਹੀ ਸੀ, ਸਰਕਾਰ ਕਿਉਂ ਨਹੀਂ ਮੰਨ ਰਹੀ ਸੀ। ਯੂ ਹੈਵ ਟੂ ਅੰਡਰਸਟੈਂਡ ਦ ਕਨਸਟੀਟਿਊਸ਼ਨ ਆਫ ਯੂਰ ਕੰਟਰੀ। ਯੂ ਆਰ ਅ ਫੈਡਰਲ ਸਟੇਟ, ਤੁਸੀਂ ਇੱਕ ਫੈਡਰਲ ਸਟੇਟ ਹੋ। ਤੁਹਾਡੇ ਸਟੇਟਸ ਨੂੰ ਕੋਈ ਹੱਕ ਦਿੱਤੇ ਗਏ ਆ, ਕੋਈ ਯੂਨੀਅਨ ਨੂੰ ਹੱਕ ਦਿੱਤੇ ਗਏ, ਕੋਈ ਤੁਹਾਡੀ ਜਿਹੜਾ ਕੰਟਰੀ ਜਿਹੜੀ ਨੈਸ਼ਨਲ ਗਵਰਨਮੈਂਟ ਉਹਨੂੰ ਹੱਕ ਦਿੱਤੇ ਗਏ ਆ। ਜਿਹੜਾ ਐਗਰੀਕਲਚਰ ਆ ਉਹ ਸਟੇਟ ਇਸ਼ੂ ਆ। ਜੇ ਜਿਹੜੇ ਕਿਸਾਨੀ ਲੀਡਰ ਆ ਉਹ ਇਹ ਚੀਜ਼ ਤੇ ਮੰਨ ਜਾਣ ਕਿ ਬਈ ਇਹ ਅਮੈਂਡਮੈਂਟਸ ਤੇ ਹੀ ਮੰਨ ਗਏ, ਤੁਸੀਂ ਆਪਣੇ ਹੱਕ ਆਪਣੇ ਆਪ ਲੋਕਾਂ ਨੂੰ ਦੇ ਰਹੇ ਹੋ। ਯੂਨੀਅਨ ਨੂੰ ਆਪ ਤੁਸੀਂ, ਜਿਹੜੀ ਸੈਂਟਰਲ ਗਵਰਨਮੈਂਟ ਤੁਸੀਂ ਆਪ ਦੇ ਰਹੇ ਹੋ ਕਿ ਹਾਂ ਯਾਰ ਮੇਰੇ ਹੱਕ ਲੈ ਲਾ। ਸੋ ਜਿਹੜੇ ਅਮੈਂਡਮੈਂਟਸ ਨੂੰ ਇਸ ਲਈ ਨਹੀਂ ਮੰਨ ਰਹੇ ਕਿਉਂਕਿ ਜਿਹੜਾ ਐਗਰੀਕਲਚਰ ਆ ਉਹ ਇੱਕ ਸਟੇਟ ਇਸ਼ੂ ਆ। ਤੁਸੀਂ ਨਹੀਂ ਮੰਨ ਸਕਦੇ ਅਮੈਂਡਮੈਂਟਸ ਤੇ, ਤੁਸੀਂ ਕਿੱਦਾਂ ਮੰਨੋਗੇ ਅਮੈਂਡਮੈਂਟਸ ਤੇ। ਕੋਈ ਤੁਹਾਨੂੰ 100 ਰੁਪਏ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ ਚ ਕਹੇ ਮੈਂ ਤੇਰੇ ਜੇਬ ਚ 10 ਰੁਪਏ ਪਾਉਣ ਲੱਗਾ, ਲੈ ਲੈ ਯਾਰ, ਤੇ ਸਾਰੇ ਲੋਕ ਇਹ ਕਹਿਣਗੇ ਯਾਰ ਇਹ ਕਿਸਾਨ ਕਿੱਡੇ ਪਾਗਲ ਹੋ, 10 ਰੁਪਏ ਦੇਣ ਦਿਆ ਤੇ 10 ਰੁਪਏ ਨਹੀਂ ਲੈਣ ਦੇ। ਸੋ ਵੇਕ ਅਪ, try to understand these laws. There is nothing farmer about these laws. ਤੇ ਜੇ ਤੁਸੀਂ ਉਹਨਾਂ ਲੋਕਾਂ ਵਿੱਚੋਂ ਜਿਹੜੇ ਕਿਸਾਨਾਂ ਨੂੰ ਗਲਤ ਕਹਿੰਦੇ ਆ ਤਾਂ really wake up. ਜੇ ਤੁਸੀਂ ਉਹਨਾਂ ਲੋਕਾਂ ਚੋਂ ਜਿਹੜੇ ਕਹਿੰਦੇ ਕਿ ਯਾਰ ਜਿਹੜੇ ਕਿਸਾਨ ਆ ਉਹ ਐਂਟੀ ਨੈਸ਼ਨਲ ਆ, ਤਾਂ really wake up. Because ਤੁਸੀਂ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਹੇ ਹੋ ਇਸ ਦੇਸ਼ ਦਾ। ਜੇ ਮੇਰੀਆਂ ਗੱਲਾਂ ਤੁਹਾਨੂੰ ਸਮਝ ਆਈਆਂ ਹੋਣ ਤੇ ਪਲੀਜ਼ ਘਰ ਜਾ ਕੇ ਹੋਰ ਕੋਈ YouTube ਵੀਡੀਓਜ਼ ਜਾਂ 3 ਲਾਜ਼ ਜਾਂ ਆਪਣੇ ਵਕੀਲਾਂ, ਜੇ ਤੁਹਾਡੇ ਵਕੀਲ ਫਰੈਂਡ ਹੈ ਉਹਦੇ ਨਾਲ ਗੱਲਬਾਤ ਕਰਿਓ ਕਿ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਕਿ ਹਾਂ ਯਾਰ ਇਹਦਾ ਕੋਈ ਪੋਜ਼ਿਟਿਵ ਹੈ ਕਿ ਨਹੀਂ ਹੈ। ਹਰ ਇੱਕ ਚੀਜ਼ ਦਾ ਕੁਝ ਪੋਜ਼ਿਟਿਵ, ਪਰ ਜਿਹੜੀਆਂ ਨੈਗੇਟਿਵ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਇਹਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ। ਤੁਹਾਡੇ ਦੇ ਸਕੂਲ ਅੱਗੇ ਖਤਮ ਕਰਤੇ, ਤੁਹਾਡੇ ਹਸਪੀਟਲ ਸਿਸਟਮ ਵਰਸਟ ਹਸਪੀਟਲ ਸਿਸਟਮਸ ਆ। 70 ਸਾਲ ਬਾਅਦ ਤੁਸੀਂ ਕੀ ਅਜੇ ਤੱਕ ਤੁਹਾਡੇ ਕੋਲ ਇੱਕੋ ਚੀਜ਼ ਰਹਿ ਗਈ ਕਿਸਾਨੀ, ਤੇ ਤੁਸੀਂ ਕਿਸਾਨੀ ਵੀ ਖਤਮ ਕਰਤੀ, then what will be left? ਅੱਗੇ ਤੁਸੀਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਤੇ ਸਪੀਡਾਂ ਤੇ ਭੱਜੋਗੇ ਯਾਰ ਇਹ ਦੇਸ਼ ਨੂੰ ਕਿੱਦਾਂ ਛੱਡ ਕੇ ਜਾਈਏ। So I'll finish it there. I think that's enough. Thanks.